ਕਰਜ਼ੇ ਲੈ ਕੇ ਇਹ ਵਿਦੇਸ਼ਾਂ 'ਚ ਆਉਂਦੇ ਨੇ। ਇੱਥੇ ਕੈਨੇਡਾ ਵਰਗੇ ਕੰਟਰੀਆਂ 'ਚ 4-4 5-5 ਗੁਣਾ ਫੀਸਾਂ ਦਿੰਦੇ ਨੇ ਤੇ ਫੀਸਾਂ ਦੇ ਕੇ ਮਹਿੰਗੇ ਕਿਰਾਇਆਂ ਤੇ ਉਹ ਜਿਵੇਂ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਐਂ 4-4 6-6 ਮੁੰਡੇ ਕੁੜੀਆਂ ਰਹਿ ਰਹੇ ਨੇ। ਉਹ ਚਾਹੇ ਕਿਸੇ ਟਰੱਕ ਇੰਡਸਟਰੀ 'ਚ ਕੰਮ ਕਰਦੇ ਨੇ, ਹਾਊਸਿੰਗ ਇੰਡਸਟਰੀ 'ਚ ਕੰਮ ਕਰਦੇ ਨੇ, ਹੋਟਲਾਂ 'ਚ ਕੰਮ ਕਰਦੇ ਨੇ, ਜਿੱਥੇ ਵੀ ਉਹ ਕਿਤੇ ਕੰਮ ਕਰਦੇ ਨੇ ਪਹਿਲਾਂ ਤਾਂ ਉਹਨਾਂ ਦੀ ਪੂਰੀ ਲੁੱਟ ਤੇ ਐਕਸਪਲੋਇਟੇਸ਼ਨ ਕੀਤੀ ਜਾਂਦੀ ਆ। ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ, ਜਲੀਲ ਕੀਤਾ ਜਾਂਦਾ, ਉਹਨਾਂ ਨਾਲ ਮਨੁੱਖੀ ਵਰਤਾਓ ਨਹੀਂ ਕੀਤਾ ਜਾਂਦਾ। ਇੱਥੇ ਦੀ ਵੀ ਸਰਕਾਰ ਆ ਉਹ ਸਿਰਫ ਉਹਨਾਂ ਸਟੂਡੈਂਟਾਂ ਤੋਂ ਆਪਦੀ ਜਿਹੜੀ ਮਤਲਬ ਪੈਸੇ ਪੱਖੋਂ ਉਹਨਾਂ ਤੋਂ ਵੱਧ ਫੀਸਾਂ ਲੈ ਕੇ ਆਪਦੀ ਇਕਨੋਮੀ ਨੂੰ ਦਰੁਸਤ ਕਰ ਰਹੇ ਨੇ ਤੇ ਉਹ ਉਹਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੇ। ਜਦੋਂ ਉਹ ਇੰਨੇ ਪਰੇਸ਼ਾਨ ਨੇ ਤਾਂ ਉਹਨਾਂ ਦੇ ਹਾਰਟ ਅਟੈਕ ਵੀ ਹੋਣਗੇ, ਉਹਨਾਂ ਨੂੰ ਹੋਰ ਪਰੇਸ਼ਾਨੀਆਂ ਵੀ ਹੋਣਗੀਆਂ ਤੇ ਸੁਈਸਾਈਡ ਵੀ ਉਹ ਕਰਨਗੇ। ਇਸ ਮੰਦੇ ਹਾਲ 'ਚੋਂ ਉਹ ਵਿਦੇਸ਼ਾਂ ਨੂੰ ਵਿਕਸਿਤ ਕੰਟਰੀਆਂ 'ਚ ਆ ਰਹੇ ਨੇ ਤੇ ਉਹਨਾਂ ਦਾ ਜੀਵਨ ਆ ਜਿਹੜਾ ਇੱਥੇ ਵੀ ਕੋਈ ਬਹੁਤ ਵਧੀਆ ਨਹੀਂ ਹੈਗਾ। ਕੋਈ ਦਿਨ ਅਜਿਹਾ ਨਹੀਂ ਜਿਸ ਦਿਨ 18-19 ਸਾਲ ਤੋਂ 23-24 ਸਾਲ ਤੱਕ ਦਾ ਮੁੰਡਾ ਕੁੜੀ ਕੈਨੇਡਾ ਭਰ 'ਚ ਨਹੀਂ ਮਰਦਾ। ਜਿਹੜਾ ਜਿਮ ਵਿੱਚ ਹੋ ਰਹੀ ਹੈ ਤਾਂ ਉਹ ਕਿਸੇ ਪੋਸਟ ਪ੍ਰੀ ਵਰਕਆਊਟ, ਪੋਸਟ ਵਰਕਆਊਟ ਜਾਂ ਪ੍ਰੋਟੀਨ ਨਾਲ ਹੋ ਰਹੀ ਹੈ। ਇਹ ਬਿਲਕੁਲ ਗਲਤ ਹੈਗੀ ਹੈ। ਅਸੀਂ ਵੀ ਯੂਜ਼ ਕਰਦੇ ਹਾਂ। ਮੈਨੂੰ ਘੱਟੋ ਘੱਟ ਨਹੀਂ ਤੇ 20-21 ਸਾਲ ਹੋ ਗਏ ਨੇ, ਐਕਸਪੀਰੀਅੰਸ ਹੈ ਮੇਰਾ। ਜਿਮ ਵਿੱਚ ਤੇ ਸਿਰਫ ਹੈਲਦੀ ਹੋ ਸਕਦੇ ਆ, ਨਾ ਕਿ ਡੈਥ ਹੋ ਸਕਦੀ ਹੈ। ਤੇ ਆ ਸੋਚਣਾ ਬੰਦ ਕਰ ਦਿਓ ਪਲੀਜ਼ ਕਿ ਜਿਮ ਐਕਸਰਸਾਈਜ਼ ਲਗਾ ਕੇ ਕੋਈ ਡੈਥ ਹੋ ਸਕਦੀ ਹੈ। ਉਹਦੇ ਵੱਖ-ਵੱਖ ਕਾਰਨ ਨੇ ਜੀ। ਇੱਕ ਕਾਰਨ ਹੋ ਸਕਦਾ ਹੈ ਵੀ ਸੱਚੀ ਮੁੱਚੀ ਇਨਸਾਨ ਨੂੰ ਦਿਲ ਦੀ ਬਿਮਾਰੀ ਹੋਵੇ। ਦੂਜਾ ਕਾਰਨ ਹੋ ਸਕਦਾ ਹੈ ਵੀ ਇਨਸਾਨ ਨੇ ਕੋਈ ਦਵਾਈ ਇਹੋ ਜਿਹੀ ਖਾਧੀ ਹੋਵੇ ਜਿਹਦਾ ਕੋਈ ਰਿਐਕਸ਼ਨ ਹੋ ਗਿਆ ਹੋਵੇ ਦਿਲ ਦੇ ਉੱਪਰ। ਤੀਜਾ ਕਾਰਨ ਹੋ ਸਕਦਾ ਹੈ ਵੀ ਕਿਸੇ ਨੇ ਕੋਈ ਡਰੱਗਸ ਵਗੈਰਾ ਵੀ ਲਿੱਤੀਆਂ ਹੋ ਸਕਦੀਆਂ ਜਾਂ ਕੋਈ ਸਾਈਡ ਇਫੈਕਟ ਹੋ ਗਿਆ ਹੋਵੇ, ਜਾਂ ਜਿਹੜੀਆਂ ਆਮ ਕੋਕੀਨ ਵਗੈਰਾ ਵੀ ਲੋਕ ਹੈਰੋਇਨ ਯੂਜ਼ ਕਰਦੇ ਨੇ, ਉਸ ਕਰਕੇ ਵੀ ਕਿਸੇ ਇਨਸਾਨ ਦੀ ਮੌਤ ਹੋ ਸਕਦੀ ਹੈ। ਹਰ ਇਨਸਾਨ ਦੀ ਉਹਦੇ ਉਮਰ ਦੇ ਅਨੁਸਾਰ ਇੱਕ ਮੈਕਸਿਮਮ ਹਾਰਟ ਰੇਟ ਹੁੰਦੀ ਹੈ। ਉਹਦਾ ਸਿੰਪਲ ਜਿਹਾ ਫਾਰਮੂਲਾ 220 ਮਾਈਨਸ ਉਹਦੀ ਉਮਰ। ਹੁਣ ਜੇ ਕਿਸੇ ਇਨਸਾਨ ਦੀ ਉਮਰ 40 ਸਾਲ ਹੈ ਤਾਂ ਤੁਸੀਂ 220 ਦੇ ਵਿੱਚੋਂ 40 ਮਾਈਨਸ ਕਰ ਦਿਓ ਤਾਂ 180 ਰਹਿ ਗਈ। 180 ਦਾ ਜਿਹੜਾ 80% ਹੈ ਨਾ, ਉਹ ਸੇਫ ਜ਼ੋਨ ਹੈ। ਉਹਦੇ ਵਿੱਚੋਂ ਤੁਸੀਂ ਲਗਭਗ 28 ਨੰਬਰ ਹੋਰ ਮਾਈਨਸ ਕਰ ਦਿਓ, 30 ਹੋਰ ਮਾਈਨਸ ਕਰ ਦਿਓ 180 ਦੇ ਵਿੱਚੋਂ ਤਾਂ 150 ਰਹਿ ਗਏ। ਹੁਣ 40 ਸਾਲ ਦਾ ਇਨਸਾਨ ਵਾਸਤੇ ਉਹਦਾ ਸੇਫ ਹਾਰਟ ਰੇਟ ਹੈਗਾ ਐਕਸਰਸਾਈਜ਼ ਦਾ, ਉਹ 140-150 ਦੇ ਆਸ-ਪਾਸ ਹੋਣਾ ਚਾਹੀਦਾ ਹੈ। ਹੁਣ ਜੋ ਇਨਸਾਨ 180-190 ਹਾਰਟ ਰੇਟ ਲੈ ਕੇ ਜਾਂਦਾ ਹੈ ਤਾਂ ਉਹ ਆਪਣੀ ਜਾਨ ਦਾ ਰਿਸਕ ਲੈ ਰਿਹਾ। ਪ੍ਰੋ ਪੰਜਾਬ ਟੀਵੀ ਦੇਖਣ ਵਾਲਾ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਹਾਂ ਕਮਲਜੀਤ ਬੁੱਟਰ। ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਹੋ ਰਹੀਆਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਮੌਤਾਂ ਦੇ ਬਾਰੇ। ਇਹਨਾਂ ਦੇ ਪਿੱਛੇ ਕੀ ਕਾਰਨ ਹੈ? ਕੀ ਇਹਨਾਂ ਦੇ ਪਿੱਛੇ ਕੋਈ ਵੈਦਰ ਕਾਰਨ ਹੈ, ਜਾਂ ਇਹਨਾਂ ਦੇ ਪਿੱਛੇ ਕੋਈ ਜਿਮ ਦੌਰਾਨ ਲਏ ਜਾਂਦੇ ਪ੍ਰੋਟੀਨ ਕੋਈ ਕਾਰਨ ਨੇ, ਜਾਂ ਇਹਨਾਂ ਦੇ ਪਿੱਛੇ ਕੰਮ ਦੌਰਾਨ ਕੋਈ ਸਟ੍ਰੈਸ ਹੈ, ਜਾਂ ਕੋਈ ਘਰੇਲੂ ਕਲੇਸ਼ ਹੈ ਜਿਸ ਦੇ ਪਿੱਛੇ ਅਜਿਹਾ ਕੋਈ ਕਦਮ ਚੁੱਕਿਆ ਜਾ ਰਿਹਾ, ਜਾਂ ਕਿਸੇ ਤਰ੍ਹਾਂ ਦੀ ਕੋਈ ਸਟੂਡੈਂਟਸ ਦੀ ਆਪਸ ਵਿੱਚ ਕੋਈ ਖਹਿਬਾਜ਼ੀ ਹੈ, ਜਾਂ ਮਤਲਬ ਅਸੀਂ ਕੈਨੇਡਾ ਦਾ ਸਿਸਟਮ ਸਮਝ ਨਹੀਂ ਰਹੇ। ਜਿਸ ਤਰ੍ਹਾਂ ਕਿ ਟੋਰਾਂਟੋ ਦੇ ਵਿੱਚ ਹੋਇਆ ਕਿ ਇੱਕ ਸੜਕ ਕ੍ਰਾਸ ਕਰਦੇ ਆ ਸਟੂਡੈਂਟਸ ਦੀ ਮੌਤ ਹੋ ਗਈ, ਅਤੇ ਹੋਰ ਵੀ ਬਹੁਤ ਸਾਰੇ ਕਾਰਨ ਹੋਣਗੇ ਜਿਸ ਦੇ ਲਈ ਅਸੀਂ ਵੱਖ-ਵੱਖ ਮਾਹਰਾਂ ਦੇ ਨਾਲ ਗੱਲਬਾਤ ਕੀਤੀ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਨੇ ਇਸ ਬਾਰੇ। ਕੈਨੇਡਾ ਭਰ ਵਿੱਚ ਜਿਹੜੇ ਪੰਜਾਬ ਜਾਂ ਵਿਦੇਸ਼ਾਂ ਤੋਂ ਸਟੂਡੈਂਟ ਆ ਰਹੇ ਨੇ ਉਹਨਾਂ ਦੀਆਂ ਵੱਡੀ ਪੱਧਰ 'ਤੇ ਡੈਥਸ ਹੋ ਰਹੀਆਂ ਨੇ, ਹਾਰਟ ਅਟੈਕ ਨਾਲ, ਟੈਨਸ਼ਨ ਦੇ ਨਾਲ ਅਤੇ ਹੋਰ ਕਈ ਸਾਰੀਆਂ ਬਿਮਾਰੀਆਂ ਜਾਂ ਪਰੇਸ਼ਾਨੀਆਂ ਦੇ ਕਾਰਨ। ਪਰ ਇਹ ਜਿਹੜਾ ਮਾਮਲਾ, ਜਿਵੇਂ ਡਰੱਗਸ ਦਾ ਮਾਮਲਾ, ਨਸ਼ਿਆਂ ਦਾ ਮਾਮਲਾ, ਗੈਂਗਵਾਰ ਦਾ ਮਾਮਲਾ, ਖਾਸ ਕਰਕੇ ਸਾਡੇ ਪੰਜਾਬੀ ਜਿਹੜੇ ਨੌਜਵਾਨ ਨੇ ਉਹ ਵੱਡੀ ਪੱਧਰ 'ਤੇ ਬਹੁਤ ਸਾਲਾਂ ਤੋਂ ਵੈਨਕੂਵਰ ਵਰਗੇ, ਟੋਰਾਂਟੋ ਵਰਗੇ ਸ਼ਹਿਰਾਂ 'ਚ ਅਤੇ ਕੈਲਗਰੀ ਵਰਗਿਆਂ 'ਚ ਇਹ ਘਟਨਾਵਾਂ ਵਾਪਰ ਰਹੀਆਂ ਸੀ। ਪਰ ਹੁਣ ਲਗਾਤਾਰ 4-6 ਮਹੀਨੇ ਤੋਂ ਕੈਨੇਡਾ ਭਰ ਦੇ ਵਿੱਚ ਜਿਹੜੇ ਨਵੇਂ ਸਟੂਡੈਂਟ ਆਪਦਾ ਭਵਿੱਖ ਨੂੰ ਉਜਲਾ ਬਣਾਉਣ ਲਈ ਕੈਨੇਡਾ ਵਰਗੇ ਕੰਟਰੀਆਂ 'ਚ ਆ ਰਹੇ ਨੇ। ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਉਹ ਜਿਹੜੀ ਯੂਥ ਨੂੰ ਉੱਥੋਂ ਦੀਆਂ ਸਰਕਾਰਾਂ ਅਤੇ ਉੱਥੋਂ ਦਾ ਪ੍ਰਸ਼ਾਸਨ ਆ ਜਿਹੜਾ, ਉਹਨਾਂ ਦੇ ਰੁਜ਼ਗਾਰ ਦੇ ਵਸੀਲੇ ਲਗਭਗ ਬੰਦ ਨੇ। ਉਹ ਉਸ ਨਿਰਾਸ਼ਤਾ 'ਚੋਂ ਆਪਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਜ਼ਮੀਨਾਂ ਵੇਚ ਕੇ, ਕਰਜ਼ੇ ਲੈ ਕੇ ਇਹ ਵਿਦੇਸ਼ਾਂ 'ਚ ਆਉਂਦੇ ਨੇ। ਇੱਥੇ ਕੈਨੇਡਾ ਵਰਗੇ ਕੰਟਰੀਆਂ 'ਚ 4-4 5-5 ਗੁਣਾ ਫੀਸਾਂ ਦਿੰਦੇ ਨੇ
ਤੇ ਫੀਸਾਂ ਦੇ ਕੇ ਮਹਿੰਗੇ ਕਿਰਾਇਆਂ ਤੇ ਉਹ ਜਿਵੇਂ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਐਂ 4-4 6-6 ਮੁੰਡੇ ਕੁੜੀਆਂ ਰਹਿ ਰਹੇ ਨੇ। ਤੇ ਉਹਨਾਂ ਸਟੂਡੈਂਟਾਂ ਦੇ ਨਾਲ ਜਦੋਂ ਉਹਨਾਂ ਨੂੰ ਕੰਮ ਕਰਨਾ ਪੈਂਦਾ ਤੇ ਕੰਮ ਕਰਨ 'ਚ ਉਹ ਚਾਹੇ ਕਿਸੇ ਟਰੱਕ ਇੰਡਸਟਰੀ 'ਚ ਕੰਮ ਕਰਦੇ ਨੇ, ਹਾਊਸਿੰਗ ਇੰਡਸਟਰੀ 'ਚ ਕੰਮ ਕਰਦੇ ਨੇ, ਹੋਟਲਾਂ 'ਚ ਕੰਮ ਕਰਦੇ ਨੇ, ਜਿੱਥੇ ਵੀ ਉਹ ਕਿਤੇ ਕੰਮ ਕਰਦੇ ਨੇ, ਪਹਿਲਾਂ ਤਾਂ ਉਹਨਾਂ ਦੀ ਪੂਰੀ ਲੁੱਟ ਤੇ ਐਕਸਪਲਾਈਟੇਸ਼ਨ ਕੀਤੀ ਜਾਂਦੀ ਆ। ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ, ਜਲੀਲ ਕੀਤਾ ਜਾਂਦਾ, ਉਹਨਾਂ ਨਾਲ ਮਨੁੱਖੀ ਵਰਤਾਓ ਨਹੀਂ ਕੀਤਾ ਜਾਂਦਾ। ਤੇ ਉਹਨਾਂ ਦੀਆਂ ਪਰੇਸ਼ਾਨੀਆਂ 'ਚ ਕਈ ਗੁਣਾ ਹੋਰ ਆ ਜਿਹੜਾ ਉਹ ਵਾਧਾ ਹੋ ਰਿਹਾ। ਮੈਂ ਸਮਝਦਾ ਕਿ ਜਿਹੜੀ ਇੱਥੇ ਦੀ ਵੀ ਸਰਕਾਰ ਆ ਉਹ ਸਿਰਫ ਉਹਨਾਂ ਸਟੂਡੈਂਟਾਂ ਤੋਂ ਆਪਦੀ ਜਿਹੜੀ ਮਤਲਬ ਪੈਸੇ ਪੱਖੋਂ ਉਹਨਾਂ ਤੋਂ ਵੱਧ ਫੀਸਾਂ ਲੈ ਕੇ ਆਪਦੀ ਇਕਨੋਮੀ ਨੂੰ ਦਰੁਸਤ ਕਰ ਰਹੇ ਨੇ ਤੇ ਉਹ ਉਹਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੇ ਤੇ ਜਿਹੜੇ ਮਾਲਕ ਨੇ ਉਹਨਾਂ ਤੋਂ ਕੰਮ ਕਰਵਾ ਕੇ ਉਹਨਾਂ ਨੂੰ ਪੈਸੇ ਨਹੀਂ ਦੇ ਰਹੇ। ਜਦੋਂ ਉਹ ਇੰਨੇ ਪਰੇਸ਼ਾਨ ਨੇ ਤਾਂ ਉਹਨਾਂ ਦੇ ਹਾਰਟ ਅਟੈਕ ਵੀ ਹੋਣਗੇ, ਉਹਨਾਂ ਨੂੰ ਹੋਰ ਪਰੇਸ਼ਾਨੀਆਂ ਵੀ ਹੋਣਗੀਆਂ ਤੇ ਸੁਈਸਾਈਡ ਵੀ ਉਹ ਕਰਨਗੇ। ਸੋ ਮੈਂ ਸਮਝਦਾ ਕਿ ਜਿਸ ਮੰਦੇ ਹਾਲ 'ਚੋਂ ਉਹ ਵਿਦੇਸ਼ਾਂ ਨੂੰ ਵਿਕਸਿਤ ਕੰਟਰੀਆਂ 'ਚ ਆ ਰਹੇ ਨੇ ਤੇ ਉਹਨਾਂ ਦਾ ਜੀਵਨ ਆ ਜਿਹੜਾ ਇੱਥੇ ਵੀ ਕੋਈ ਬਹੁਤ ਵਧੀਆ ਨਹੀਂ ਹੈਗਾ। ਇਸ ਕਰਕੇ ਸਾਡੇ ਵਰਗੀਆਂ ਆਰਗੇਨਾਈਜੇਸ਼ਨਾਂ ਜਿਹੜੇ ਸਮਾਜ ਦੇ ਚੇਤਨ ਮਨੁੱਖਾਂ, ਅਸੀਂ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਸਿੱਖ ਵਿਰਸੇ ਵਰਗੇ, ਅਸੀਂ ਇਹ ਜਿਹੜੇ ਮੁੱਦੇ ਨੇ 1 ਸਾਲ ਤੋਂ ਬਹੁਤ ਇਹਨੂੰ ਗੰਭੀਰਤਾ ਦੇ ਨਾਲ ਲੈ ਰਹੇ ਹਾਂ ਤੇ ਅਸੀਂ ਇਹਦੇ ਤੇ ਐਕਸ਼ਨ ਵੀ ਕਰਾਂਗੇ। ਲੋਕਾਂ 'ਚ ਬਹੁਤ ਵੱਡੀ ਇਸ ਗੱਲ ਦੀ ਬੇਚੈਨੀ ਆ, ਰੋਸ ਆ। ਕੋਈ ਦਿਨ ਅਜਿਹਾ ਨਹੀਂ ਜਿਸ ਦਿਨ 18-19 ਸਾਲ ਤੋਂ 23-24 ਸਾਲ ਤੱਕ ਦਾ ਮੁੰਡਾ ਕੁੜੀ ਕੈਨੇਡਾ ਭਰ 'ਚ ਨਹੀਂ ਮਰਦਾ। ਈਵਨ ਆ ਨਵਾਂ ਸਾਲ 23 ਚੜ੍ਹਿਆ, ਇਹਦੇ 'ਚ ਹਰ ਰੋਜ਼ ਇੱਕ ਮੁੰਡਾ, ਕਈ ਤਾਂ ਈਵਨ 5-10 ਦਿਨ ਪਹਿਲਾਂ ਹੀ ਪੰਜਾਬ ਤੋਂ ਉਹ ਮਾੜੇ ਹਾਲਤਾਂ 'ਚੋਂ ਬਿਹਤਰ ਆਪਦਾ ਜੀਵਨ ਬਣਾਉਣ ਲਈ ਆਏ ਸੀ ਤੇ ਉਹਨਾਂ ਦੀ 5-10 ਦਿਨਾਂ ਬਾਅਦ ਹੀ ਡੈਥ ਹੋ ਗਈ ਤੇ ਉਹਨਾਂ ਦੀਆਂ ਡੈੱਡ ਬੋਡੀਆਂ ਪੰਜਾਬ ਨੂੰ ਜਾ ਰਹੀਆਂ ਨੇ। ਸੋ ਇਹ ਬਹੁਤ ਵੱਡਾ ਦੁਖਾਂਤ ਆ ਸਾਡੇ ਸਮਾਜ ਲਈ। ਮੈਂ ਸਮਝਦਾ ਵੀ ਇੱਕ ਲਾਹਨਤ ਆ ਸਾਡੇ ਸਾਰੇ ਲੋਕਾਂ ਨੂੰ, ਬੁੱਧੀਜੀਵੀਆਂ ਨੂੰ, ਲੇਖਕਾਂ ਨੂੰ, ਡੈਮੋਕ੍ਰੈਟਿਕ ਲੋਕਾਂ ਨੂੰ ਇਹਦੇ ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਤੇ ਜਿਹੜੇ ਇਹਦੇ ਕਾਰਨ ਨੇ ਇਹਨਾਂ ਦੀ ਹੋਰ ਘੋਖ ਪੜਤਾਲ ਕਰਕੇ ਤੇ ਉਹ ਕਾਰਨਾਂ ਨੂੰ ਦੂਰ ਕਰਨ ਲਈ ਜਥੇਬੰਦਕ ਰੂਪ 'ਚ ਯਤਨ ਕਰਨੇ ਚਾਹੀਦੇ ਨੇ ਤਾਂ ਕਿ ਉਹ ਬੱਚਿਆਂ ਦੀ ਨਿਰਾਸ਼ਾ ਨੂੰ, ਟੈਨਸ਼ਨ ਨੂੰ ਤੋੜ ਕੇ ਉਹਨਾਂ ਦੀ ਜਿਹੜੀ ਸਮਝ ਆ ਤੇ ਉਹਨਾਂ ਦਾ ਜੀਵਨ ਆ ਵਧੀਆ ਬਣਾਇਆ ਜਾ ਸਕੇ। ਇਹ ਸਾਨੂੰ ਰਲ ਮਿਲ ਕੇ ਸਮਾਜ ਨੂੰ ਯਤਨ ਕਰਨੇ ਪੈਣਗੇ ਤੇ ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ ਦਾ ਨਾਅਰਾ ਬੁਲੰਦ ਕਰਨਾ ਪਊਗਾ ਤੇ ਅਸੀਂ ਸਟੂਡੈਂਟਾਂ ਨੂੰ ਵੀ ਲਾਮਬੰਦ ਕਰਨ ਦਾ ਯਤਨ ਕਰਾਂਗੇ। ਸਤਿ ਸ੍ਰੀ ਅਕਾਲ ਜੀ, ਮੈਂ ਮਿਸਟਰ ਵਰਡ ਜਗਜੀਤ ਸਿੰਘ। ਜਿੱਦਾਂ ਅੱਜ ਕੱਲ੍ਹ ਸੁਣਨ ਨੂੰ ਮਿਲਦਾ ਪਿਆ ਹੈ ਕਿ ਜਿਹੜੇ ਸਟੂਡੈਂਟਸ ਹੁੰਦੇ ਨੇ ਜਿਨ੍ਹਾਂ 'ਚ ਡੈਥਸ ਕੇਸ ਜ਼ਿਆਦਾ ਵੱਧ ਰਹੇ ਨੇ ਤੇ ਲੋਕਾਂ ਦਾ ਬੜਾ ਗਲਤ ਸੋਚ ਨਹੀਂ ਹੈਗੀ ਕਿ ਜਿਮ ਵਿੱਚ ਹੀ ਡੈਥ ਜ਼ਿਆਦਾ ਹੋ ਰਿਹਾ ਹੈ, ਬਟ ਉਹਦੇ ਅਲੱਗ-ਅਲੱਗ ਕਾਰਨ ਹੋ ਸਕਦੇ ਨੇ ਕਿ ਬੰਦਾ ਹਾਰਟ ਪੇਸ਼ੈਂਟ ਪਹਿਲੇ ਹੀ ਹੋ ਸਕਦਾ ਵਾ, ਠੀਕ ਹੈ ਨਾ, ਜਾਂ ਫਿਰ ਕਈਆਂ ਨੂੰ ਹੁੰਦਾ ਵਾ ਕਿ ਕੋਈ ਪ੍ਰੋਟੀਨ ਵਗੈਰਾ ਜਾਂ ਕੋਈ ਇੱਦਾਂ ਦਾ ਪ੍ਰੀ ਵਰਕਆਊਟ ਵਗੈਰਾ ਯੂਜ਼ ਕਰਦੇ ਨੇ, ਉਹਨਾਂ ਨਾਲ ਹੋ ਜਾਂਦੀ ਹੈ। ਨਹੀਂ, ਆ ਵੀ ਗਲਤ ਗੱਲ ਹੈ। ਉਹਨਾਂ ਨਾਲ ਸਿਰਫ ਇੰਨਾ ਹੋ ਸਕਦਾ ਹੈ ਕਿ ਜੇ ਅਸੀਂ ਪ੍ਰੀ ਵਰਕਆਊਟ ਵੀ ਜ਼ਿਆਦਾ ਯੂਜ਼ ਕਰਦੇ ਹਾਂ, ਸਾਡੀ ਹਾਰਟ ਬੀਟ ਫਾਸਟ ਹੋ ਜਾਂਦੀ ਹੈ, ਜਾਂ ਕ੍ਰੀਟੇਨ ਵਰਗੀ ਸਪਲੀਮੈਂਟਸ ਹੈ ਉਹ 3 ਮਹੀਨੇ ਬਾਅਦ 1 ਮਹੀਨਾ ਬੰਦ ਕਰਨਾ ਪੈਂਦਾ ਤਾਂ ਕਿ ਸਰੀਰ 'ਚ ਜਿਹੜੀ ਕ੍ਰੀਟੇਨ ਹੈ ਉਹ ਬੰਦੀ ਰਹੇ। ਇਹਨਾਂ ਦੇ ਜ਼ਿਆਦਾ ਤੋਂ ਜ਼ਿਆਦਾ ਸਾਈਡ ਇਫੈਕਟ ਹੋ ਸਕਦੇ ਨੇ ਕਿ ਜ਼ਿਆਦਾ ਯੂਜ਼ ਕਰਾਂਗੇ ਤੇ ਸਾਡੇ ਕਿਡਨੀਆਂ 'ਤੇ ਜਾਂ ਔਰਗਨਸ 'ਤੇ ਜਾਂ ਇੱਦਾਂ ਦੇ ਛੋਟੇ-ਮੋਟੇ ਇਫੈਕਟ ਹੋ ਸਕਦੇ, ਉਹ ਵੀ ਬਹੁਤ ਜ਼ਿਆਦਾ ਮਿਸਯੂਜ਼ ਕਰਨ 'ਤੇ, ਜਦੋਂ ਕਿਸੇ ਨੂੰ ਕਰਨਾ ਨਾ ਆਵੇ ਯੂਜ਼, ਠੀਕ ਹੈ ਜੀ। ਅਦਰਵਾਈਜ਼ ਜਿਹੜੀ ਡੈਥ ਹੋ ਰਹੀ ਹੈ ਉਹ ਉਹਦਾ ਕੋਈ ਕਾਰਨ ਨਹੀਂ ਹੋ ਸਕਦਾ। ਕੋਈ ਜਿਹੜਾ ਡੈਥ ਹੋ ਰਹੀ ਹੈ ਉਹ ਹੋ ਸਕਦਾ ਹੈ ਕਿ ਪਹਿਲੀ ਹਾਰਟ ਪੇਸ਼ੈਂਟ ਹੋਵੇ, ਠੀਕ ਹੈ ਨਾ। ਜਦੋਂ ਕੋਈ ਅੱਜ ਤੁਸੀਂ ਦੇਖਦੇ ਹੋ ਕਿ ਤੇ ਟਿਕਟੋਕ ਵਗੈਰਾ 'ਤੇ ਇੰਨੀ ਵੀਡੀਓ ਆਉਂਦੀਆਂ ਕਿ ਜਦੋਂ ਕੋਈ ਬੰਦਾ ਪਾਠ ਕਰ ਰਿਹਾ ਤਾਂ ਡੈਥ ਹੋ ਗਈ ਹੈ, ਕੋਈ ਮੱਥਾ ਟੇਕਣ ਗਿਆ ਤਾਂ ਡੈਥ ਹੋ ਗਈ ਹੈ, ਕੋਈ ਬੈਠਾ ਹੋਇਆ ਸੀ ਉੱਥੇ ਡੈਥ ਹੋ ਗਈ ਹੈ। ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਜਿਮ ਵਿੱਚ ਹੋ ਰਹੀ ਹੈ ਤਾਂ ਉਹ ਕਿਸੇ ਪ੍ਰੀ ਵਰਕਆਊਟ ਜਾਂ ਪ੍ਰੋਟੀਨ ਨਾਲ ਹੋ ਰਹੀ ਹੈ। ਇਹ ਬਿਲਕੁਲ ਗਲਤ ਹੈਗੀ ਹੈ। ਅਸੀਂ ਵੀ ਯੂਜ਼ ਕਰਦੇ ਹਾਂ, ਮੈਨੂੰ ਘੱਟੋ ਘੱਟ ਨਹੀਂ ਤੇ 20-21 ਸਾਲ ਹੋ ਗਏ ਨੇ ਐਕਸਪੀਰੀਅੰਸ ਹੈ ਮੇਰਾ, ਤੇ ਆਪਾਂ ਵੀ ਪ੍ਰੋਟੀਨ ਵਗੈਰਾ ਖਾ ਰਹੇ ਹਾਂ, ਬਟ ਤਰੀਕੇ ਨਾਲ ਖਾ ਰਹੇ ਹਾਂ। ਕਿੰਨਾ ਬੋਡੀ ਤੁਹਾਡੀ ਕਿਸ ਹਿਸਾਬ ਨਾਲ ਡਿਜ਼ਰਵ ਕਰਦੀ ਹੈ ਉਹਨਾਂ ਕੁ ਉਹਨੂੰ ਪ੍ਰੋਟੀਨ ਦਿਓ, ਉਹਨਾਂ ਕੁ ਉਹਨੂੰ ਕਾਰਬੋਹਾਈਡਰੇਟਸ ਦਿਓ ਤਾਂ ਕਿ ਹੈਲਦੀ, ਕਿਉਂਕਿ ਜਿਮ ਵਿੱਚ ਤਾਂ ਸਿਰਫ ਹੈਲਦੀ ਹੋ ਸਕਦੇ ਆ ਨਾ ਕਿ ਡੈਥ ਹੋ ਸਕਦੀ ਹੈ। ਤੇ ਆਹ ਸੋਚਣਾ ਬੰਦ ਕਰ ਦਿਓ ਪਲੀਜ਼ ਕਿ ਜਿਮ ਐਕਸਰਸਾਈਜ਼ ਲਗਾ ਕੇ ਕੋਈ ਡੈਥ ਹੋ ਸਕਦੀ ਹੈ। ਇੰਟਰਨੈਸ਼ਨਲ ਸਟੂਡੈਂਟਸ ਦੀਆਂ ਕੈਨੇਡਾ ਦੇ ਵਿੱਚ ਹੋ ਰਹੀਆਂ ਅਣਕਿਆਸੀਆਂ, ਅਣਆਈਆਂ, ਅਨਟਾਈਮਲੀ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਉਹਨਾਂ 'ਤੇ ਸਮੁੱਚਾ ਸਮਾਜ ਇਸ ਵੇਲੇ ਚਿੰਤਤ ਹੈ, ਸਰੋਕਾਰ ਨਜ਼ਰ ਆਉਂਦੇ ਨੇ। ਪਿੱਛੇ ਬੈਠੇ ਮਾਪਿਆਂ ਲਈ, ਇੱਥੇ ਬੈਠੇ ਭਾਈਚਾਰੇ ਲਈ ਸਿਰਫ ਦੁੱਖ ਦੀਆਂ ਘੜੀਆਂ ਨੇ।
ਸਾਨੂੰ ਇਹ ਸਮਝਣਾ ਪਵੇਗਾ ਕਿ ਕੈਨੇਡਾ ਦੇ ਹਾਲਾਤ ਤੇ ਜਦੋਂ ਅਸੀਂ ਇੰਡੀਆ ਤੋਂ ਤੁਰਦੇ ਹਾਂ ਉਹਨਾਂ ਦੇ ਵਿਚਕਾਰ ਦੇ ਹਾਲਾਤ ਦਾ ਜਿਹੜਾ ਸਮਝਣ ਦਾ ਫਰਕ ਹੈ ਉਹ ਬਹੁਤ ਵੱਡਾ ਹੈ। ਸਾਨੂੰ ਇਹ ਸੋਚਣਾ ਪਵੇਗਾ ਕਿ ਜਦੋਂ ਵਿਦਿਆਰਥੀ ਇੰਡੀਆ ਤੋਂ ਤੁਰਦਾ ਹੈ ਉਹਨੂੰ ਪਤਾ ਹੋਣਾ ਚਾਹੀਦਾ ਕਿ ਇੱਥੇ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਉਸ ਨੂੰ ਕਰਨਾ ਪੈਣਾ। ਪਿੱਛੇ ਮਾਪਿਆਂ ਨੂੰ ਇੱਛਾ ਹੁੰਦੀ ਹੈ ਕਿ ਬੱਚਾ ਕੈਨੇਡਾ ਚਲਾ ਗਿਆ, ਕੁਝ ਪੈਸੇ ਭੇਜੇਗਾ। ਇੱਥੇ ਵਿਦਿਆਰਥੀ ਨੂੰ ਪਤਾ ਲੱਗਦਾ ਕਿ ਉਸ ਦੀ ਹਰ ਥਾਂ ਤੇ ਐਕਸਪਲਾਈਟੇਸ਼ਨ ਹੋ ਰਹੀ ਹੈ। ਉਸ ਕੋਲੋਂ 3 ਤੋਂ 7 ਗੁਣਾ ਜ਼ਿਆਦਾ ਫੀਸਾਂ ਲਈਆਂ ਜਾ ਰਹੀਆਂ ਨੇ, ਉਸ ਤੋਂ ਵਾਧੂ ਕਿਰਾਇਆ ਵਸੂਲਿਆ ਜਾ ਰਿਹਾ, ਉਹਨੂੰ ਘੱਟ ਪੈਸੇ ਦੇ ਕੇ ਕੰਮ ਦਿੱਤਾ ਜਾ ਰਿਹਾ ਹੈ, ਵੱਧ ਆਵਰਸ ਲਈ ਕੰਮ ਕਰਵਾਇਆ ਜਾ ਰਿਹਾ ਹੈ। ਇਸ ਸਾਰੇ ਸਟ੍ਰੈਸ ਦੇ ਹੇਠਾਂ ਦੱਬਿਆ ਹੋਇਆ, ਬੋਝ ਹੇਠ ਦੱਬਿਆ ਹੋਇਆ ਵਿਦਿਆਰਥੀ ਫਿਰ ਜਿਸ ਰਸਤੇ ਤੇ ਜਾਂਦਾ ਉਹ ਸਾਡੇ ਸਾਹਮਣੇ ਹੈ। ਜਦੋਂ ਟਰੱਕ ਚਲਾਉਂਦਾ ਤਾਂ ਲੰਬੇ ਲੰਬੇ ਘੰਟੇ ਉਹਨੂੰ ਟਰੱਕ ਚਲਾਉਣਾ ਪੈਂਦਾ, ਜਿਹਦਾ ਉਹਨੂੰ ਅਭਿਆਸ ਹੀ ਨਹੀਂ ਹੁੰਦਾ। ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਸਮਾਜੀ ਤਾਣੇ ਬਾਣੇ ਨੇ, ਰਿਸ਼ਤਿਆਂ ਨੂੰ ਉਲਝਾ ਦਿੱਤਾ ਹੈ। ਲੜਕੀਆਂ ਲੜਕਿਆਂ ਦਾ ਚੱਕਰ, ਗਰੁੱਪਬਾਜ਼ੀ, ਪੋਲੀਟੀਕਲ ਡਿਫਰੈਂਸਿਸ, ਇਹ ਵੀ ਸਾਡੀ ਲੜਾਈ ਦਾ, ਸਾਡੀ ਕਨਫਰੰਟੇਸ਼ਨ ਦਾ ਕਾਰਨ ਬਣ ਰਹੇ ਨੇ। ਸਮਝਣ ਦੀ ਲੋੜ ਹੈ, ਕੈਨੇਡਾ ਦੇ ਹਾਲਾਤ ਸਮਝਣ ਦੀ ਜ਼ਰੂਰਤ ਹੈ। ਇੰਡੀਆ ਤੋਂ ਆਉਣ ਲੱਗਿਆਂ ਇਹਨਾਂ ਨੂੰ ਜ਼ਰੂਰ ਇੱਕ ਵਾਰ ਧਿਆਨ ਵਿੱਚ ਰੱਖ ਲੈਣਾ ਚਾਹੀਦਾ। ਕੋ ਕਮਲ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਨੂੰ ਮਾਣ ਹੈ ਕਿ ਸਾਡੇ ਕੰਜ਼ਰਵੇਟਿਵ ਗਵਰਨਮੈਂਟ ਦੇ ਦੌਰਾਨ 2008 ਤੋਂ ਲੈ ਕੇ 2015 ਤੱਕ ਅਸੀਂ ਸਟੂਡੈਂਟਸ ਨੂੰ ਗਿਣਤੀ ਦੇ ਵਿੱਚ ਬਹੁਤ ਵਧਾਇਆ ਕਿ ਤਾਂ ਕਿ ਇਨਕਰੇਜ ਵੀ ਕੀਤਾ ਕਿ ਫੋਰਨ ਸਟੂਡੈਂਟਸ ਕੈਨੇਡਾ ਦੇ ਵਿੱਚ ਆਉਣ ਔਰ ਆਪਣੀ ਐਜੂਕੇਸ਼ਨ ਤਾਂ ਹਾਸਲ ਕਰਨ ਨਾਲ ਦੀ ਨਾਲ ਉਹਨਾਂ ਵਾਸਤੇ ਇੱਕ ਪਾਥਵੇ ਵੀ ਕ੍ਰੀਏਟ ਕੀਤਾ ਤਾਂ ਕਿ ਪਰਮਾਨੈਂਟ ਰੈਜ਼ੀਡੈਂਟ ਬਣ ਕੇ ਉਹ ਕੈਨੇਡਾ ਦੀ ਇਕੋਨੋਮੀ ਦੇ ਵਿੱਚ ਵੀ ਹਿੱਸਾ ਪਾ ਸਕਣ। ਪਰ ਮੈਂ ਕੀ ਦੇਖ ਰਿਹਾ ਕਿ ਅਨਫੋਰਚੂਨੇਟਲੀ ਓਬਵੀਅਸਲੀ ਸਟੂਡੈਂਟਸ ਤਾਂ ਵੱਧ ਤੋਂ ਵੱਧ ਗਿਣਤੀ 'ਚ ਆ ਰਹੇ ਨੇ, ਖੁਸ਼ੀ ਵਾਲੀ ਗੱਲ ਹੈ। ਪਰ ਐਟ ਦਾ ਸੇਮ ਟਾਈਮ ਕੀ ਦੇਖ ਰਿਹਾ ਕਿ ਉੱਥੋਂ ਮਾਂ-ਬਾਪ ਜਿਹੜੇ ਹੈਗੇ ਆਪਣੇ ਸਟੂਡੈਂਟਸ 'ਤੇ ਇੰਨਾ ਇਨਵੈਸਟ ਕਰਕੇ ਉਹਨਾਂ ਨੂੰ ਭੇਜਦੇ ਨੇ ਔਰ ਇਹ ਅਨਫੋਰਚੂਨੇਟ ਹੈ ਕਿ ਕੁਝ ਸਟੂਡੈਂਟਸ ਨੇ ਜਿਹੜੇ ਉਹ ਇੱਥੇ ਆ ਕੇ ਗੈਂਗਿਜ਼ਮ ਦੇ ਵਿੱਚ, ਡਰੱਗਸ ਦੇ ਵਿੱਚ, ਆਪਸੀ ਲੜਾਈ ਝਗੜਿਆਂ ਦੇ ਵਿੱਚ ਪੈ ਕੇ ਮਤਲਬ ਆਪਣੀ ਜ਼ਿੰਦਗੀ ਨੂੰ ਬਰਬਾਦ ਤਾਂ ਕਰਦੇ ਨਾਲ ਮੈਂ ਇਹ ਵੀ ਦੇਖਿਆ ਮੌਤਾਂ ਬਹੁਤ ਹੋਣ ਲੱਗ ਗਈਆਂ, ਵਿਚ ਇਜ਼ ਵੈਰੀ ਸੀਰੀਅਸ ਐਂਡ ਵੈਰੀ ਸੈਡ। ਤਾਂ ਮੈਂ ਇਹ ਚਾਹੁੰਦਾ ਕਿ ਵੀ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਇੱਥੇ ਆ ਕੇ ਇੰਟੀਗ੍ਰੇਟ ਹੋਣਾ ਚਾਹੀਦਾ ਹੈ, ਇੱਥੋਂ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਸਿਸਟਮ ਹੈ ਜਿਹੜਾ ਉਹਨੂੰ ਅਡਾਪਟ ਕਰਨਾ ਚਾਹੀਦਾ ਹੈ। ਇਟਸ ਅ ਗੁੱਡ ਕੰਟਰੀ, ਇਟਸ ਐਜ਼ ਮੈਟਰ ਆਫ ਅ ਗ੍ਰੇਟ ਕੰਟਰੀ। ਕੈਨੇਡਾ ਨੂੰ ਸਾਨੂੰ ਉਦੋਂ ਬੈਟਰ ਬਣਾਉਣ ਦੇ ਵਿੱਚ ਕੰਟਰੀਬਿਊਟ ਕਰਨਾ ਚਾਹੀਦਾ, ਨਾ ਕਿ ਇੱਕ ਸਟਿਗਮਾ ਬਣ ਕੇ ਰਹਿ ਜਾਏ ਕਿ ਜਿਹੜੇ ਸਟੂਡੈਂਟਸ ਆਉਂਦੇ ਨੇ ਯੰਗ ਹੁੰਦੇ ਨੇ ਉਹ ਇੱਥੇ ਆ ਕੇ ਵੀ ਲੜਾਈ ਝਗੜਿਆਂ ਦੇ ਵਿੱਚ, ਵਾਇਲੈਂਸ ਦੇ ਵਿੱਚ ਇਨਵੋਲਵ ਹੋ ਕੇ ਇੱਕ ਦੂਸਰੇ ਦੀ ਜਾਨ ਨੂੰ ਖਤਰਾ ਤਾਂ ਬਣਦੇ ਹੀ ਬਣਦੇ ਨੇ, ਨਾਲ ਪਿੱਛੇ ਜਿਹੜਾ ਸਾਡੇ ਆਪਣਾ ਬੈਕ ਹੋਮ ਕੰਟਰੀਜ਼ ਨੇ ਉਹਨਾਂ ਦੇ ਵਿੱਚ ਵੀ ਇਹ ਕਿਸੇ ਕਿਸਮ ਦਾ ਇੱਕ ਭੰਡੀ ਪ੍ਰਚਾਰ ਹੋਣ ਲੱਗ ਜਾਂਦਾ ਕਿ ਪਤਾ ਨਹੀਂ ਕੈਨੇਡਾ ਦੇ ਵਿੱਚ ਕੁਛ ਡਾਈਟ ਇਸ ਤਰ੍ਹਾਂ ਦੀ ਹੈ, ਕੋਈ ਪ੍ਰੋਟੀਨ ਇਸ ਤਰ੍ਹਾਂ ਦੇ ਨੇ। ਇੱਦਾਂ ਦੀ ਬਿਲਕੁਲ ਗੱਲ ਨਹੀਂ ਹੈ। ਡਾਈਟ ਇੱਥੇ ਇੱਕੋ ਇੱਕ ਗੱਲ ਤਾਂ ਸਭ ਤੋਂ ਵੱਡੀ ਔਰ ਸਭ ਤੋਂ ਵਧੀਆ ਹੈ ਇੱਥੇ ਕਿ ਕਿਸੇ ਕਿਸਮ ਦੀ ਐਡਲਟਰੇਸ਼ਨ ਫੂਡ ਦੇ ਵਿੱਚ ਐਕਸੈਪਟੇਬਲ ਨਹੀਂ ਹੈ ਕਿਸੇ ਵੀ ਗਵਰਨਮੈਂਟ ਨੂੰ। ਸੋ ਸਟੂਡੈਂਟਸ ਨੂੰ ਇੱਕ ਬੇਨਤੀ ਹੈ, ਇੱਕ ਅਪੀਲ ਹੈ, ਇੱਕ ਮੈਂ ਆਪ NRI ਹੋਣ ਦੇ ਨਾਤੇ ਕਰਦਾ ਕਿ ਇੱਥੇ ਆ ਕੇ ਆਪਣੀ ਪੜ੍ਹਾਈ 'ਤੇ ਫੋਕਸ ਕਰੋ, ਆਪਣੇ ਕੈਰੀਅਰ 'ਤੇ ਫੋਕਸ ਕਰੋ, ਆਪਣੀ ਲਾਈਫ ਨੂੰ ਬੈਟਰ ਬਣਾਉਣ 'ਤੇ ਫੋਕਸ ਕਰੋ, ਆਪਣੀ ਫੈਮਲੀਜ਼ 'ਤੇ ਫੋਕਸ ਕਰੋ ਔਰ ਇੰਜੋਏ ਕਰੋ ਰੈਦਰ ਦੈਨ ਗੈਟਿੰਗ ਇਨਟੂ, ਕਿਉਂਕਿ ਓਬਵੀਅਸਲੀ ਈਜ਼ੀ ਮਨੀ ਡਰੱਗ ਦੇ ਵਿੱਚ ਹੈ। ਦੇਖਿਆ ਬਹੁਤ ਕੁਝ ਸਟੂਡੈਂਟਸ ਨੋਟਸ ਆਏ ਨੇ ਜਿਹੜੇ ਟਰੱਕਿੰਗ ਦੇ ਵਿੱਚ ਜਾਂਦੇ ਨੇ, ਉੱਥੋਂ ਜਾ ਕੇ ਅਨਫੋਰਚੂਨੇਟਲੀ ਉਹ ਯੂਜ਼ ਹੋ ਜਾਂਦੇ ਆ ਜਾਂ ਅਬਿਊਜ਼ ਹੁੰਦੇ ਜਾਂ ਫਿਰ ਇੰਟੈਂਸ਼ਨਲੀ ਪਾਰਟੀਸਪੇਟ ਕਰ ਲੈਂਦੇ ਨੇ ਔਰ ਉਹਦੇ ਨਾਲ ਆਪਣੀ ਜ਼ਿੰਦਗੀ ਵੀ ਬਰਬਾਦ ਕਰਦੇ ਨੇ ਔਰ ਕਮਿਊਨਿਟੀ ਦੀ ਵੀ ਬਦਨਾਮੀ ਹੁੰਦੀ ਹੈ। ਸੋ ਇਹਨਾਂ ਗੱਲਾਂ ਤੋਂ ਬਚਣ ਦੀ ਜ਼ਰੂਰਤ ਹੈ ਔਰ ਜਿਸ ਪਰਪਸ ਲਈ ਤੁਹਾਨੂੰ ਮਾਂ-ਬਾਪ ਭੇਜਦੇ ਨੇ ਉਸ 'ਤੇ ਫੋਕਸ ਕਰੋ, ਆਪਣੀ ਜ਼ਿੰਦਗੀ ਨੂੰ ਵਧੀਆ ਬਣਾਓ। ਡਾਕਟਰ ਸਾਹਿਬ ਇੱਕ ਇਹ ਦੱਸਿਓ ਕਿ ਬੀਤੇ ਸਮੇਂ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਦੀਆਂ ਜਿਹੜੀਆਂ ਡੈਥਸ ਹੋਈਆਂ ਉਹਨਾਂ ਦੇ ਵਿੱਚ ਠੀਕ ਆ ਹੋਰ ਵੀ ਬਹੁਤ ਸਾਰੇ ਕਾਰਨ ਨੇ, ਪਰ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਹਾਰਟ ਅਟੈਕ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ ਆ। ਤੇ ਚਲੋ ਆਇਡੈਂਟੀਫਾਈ ਹੋ ਗਿਆ ਹੋਣਾ ਕਿ ਹਾਰਟ ਅਟੈਕ ਦੇ ਨਾਲ ਹੋਈਆਂ ਮੌਤਾਂ, ਪਰ ਉਹਨਾਂ ਇਸ ਉਮਰ ਦੇ ਵਿੱਚ ਕੋਈ 20 ਸਾਲ ਦਾ, ਕੋਈ 25 ਸਾਲ ਦਾ, ਇਸ ਉਮਰ ਦੇ ਵਿੱਚ ਹਾਰਟ ਅਟੈਕ ਆਉਣ ਦੇ ਕੀ ਕਾਰਨ ਹੋ ਸਕਦੇ ਆ? ਦੇਖੋ, ਕਹਿਣਾ ਔਖਾ ਹੈ ਵੀ ਹਾਰਟ ਅਟੈਕ ਕਰਕੇ ਮੌਤਾਂ ਹੋਈਆਂ ਕਿ ਉਹਨਾਂ ਨੂੰ ਕੋਈ ਬਿਮਾਰੀ ਸੀਗੀ। ਦੇਖੋ, ਇਹ ਫੈਕਟ ਹੋਣਾ ਬਹੁਤ ਜ਼ਰੂਰੀ ਹੈ। ਦੇਖੋ, ਇਹ ਅਚਾਨਕ ਮੌਤ ਹੋਈ ਆਪਾਂ ਇਹ ਕਹਿ ਸਕਦੇ ਹਾਂ, ਹੈ ਨਾ। ਉਹਦੇ ਵਿੱਚੋਂ ਦਿਲ ਦਾ ਜ਼ਰੂਰ ਯੋਗਦਾਨ ਹੈਗਾ ਵੀ ਦਿਲ ਦੀ ਧੜਕਣ ਰੁਕ ਗਈ ਜਾਂ ਕਿ ਡੇਂਜਰਸ ਹੋ ਗਈ ਜਿਸ ਕਰਕੇ ਕਿਸੇ ਨੂੰ ਖੂਨ ਨਹੀਂ ਮਿਲਿਆ ਹੋਊਗਾ ਅਤੇ ਮੌਤ ਹੋ ਗਈ। ਹੁਣ ਉਹਦੇ ਵੱਖ-ਵੱਖ ਕਾਰਨ ਨੇ ਜੀ। ਇਹ ਕਾਰਨ ਹੋ ਸਕਦਾ ਹੈ ਵੀ ਸੱਚੀ ਮੁੱਚੀ ਇਨਸਾਨ ਨੂੰ ਦਿਲ ਦੀ ਬਿਮਾਰੀ ਹੋਵੇ। ਦੂਜਾ ਕਾਰਨ ਹੋ ਸਕਦਾ ਹੈ ਵੀ ਇਨਸਾਨ ਨੇ ਕੋਈ ਦਵਾਈ ਇਹੋ ਜਿਹੀ ਖਾਧੀ ਹੋਵੇ ਜਿਹਦਾ ਕੋਈ ਰਿਐਕਸ਼ਨ ਹੋ ਗਿਆ ਹੋਵੇ ਦਿਲ ਦੇ ਉੱਪਰ।
ਤੀਜਾ ਕਾਰਨ ਹੋ ਸਕਦਾ ਹੈ ਵੀ ਕਿਸੇ ਨੇ ਕੋਈ ਡਰੱਗਸ ਵਗੈਰਾ ਵੀ ਲਿੱਤੀਆਂ ਹੋ ਸਕਦੀਆਂ, ਜਾਂ ਕੋਈ ਸਾਈਡ ਇਫੈਕਟ ਹੋ ਗਿਆ ਹੋਵੇ, ਜਾਂ ਜਿਹੜੀਆਂ ਆਮ ਕੋਕੀਨ ਵਗੈਰਾ ਵੀ ਲੋਕ ਹੈਰੋਇਨ ਯੂਜ਼ ਕਰਦੇ ਨੇ, ਉਸ ਕਰਕੇ ਵੀ ਕਿਸੇ ਇਨਸਾਨ ਦੀ ਮੌਤ ਹੋ ਸਕਦੀ ਹੈ। ਸੋ ਵੱਖ-ਵੱਖ ਕਾਰਨ ਇਹ ਕਹਿਣਾ ਔਖਾ ਹੈ ਵੀ ਕਿਉਂ ਕਿਸੇ ਇਨਸਾਨ ਦੀ ਜਵਾਨੀ ਦੇ ਵਿੱਚ ਮੌਤ ਹੋ ਜਾਂਦੀ ਹੈ। ਪਰ ਬਹੁਤ ਰੇਅਰ ਹੈਗਾ ਵੀ ਦਿਲ ਦੀ ਬਿਮਾਰੀ ਕਰਕੇ ਹੋਵੇ। ਜੇ ਕੋਈ ਇਨਸਾਨ 21 ਸਾਲ ਦਾ, 24 ਸਾਲ ਦਾ, 25 ਸਾਲ ਦਾ ਵੀ ਅਚਾਨਕ ਉਹਦੀ ਮੌਤ ਹੋ ਜਾਂਦੀ ਹੈ, ਬਹੁਤ ਰੇਅਰ ਹੈ, ਇਹਨਾਂ ਕਾਮਨ ਨਹੀਂ ਹੈਗਾ। ਤੇ ਡਾਕਟਰ ਸਾਹਿਬ ਇੱਕ ਜਿਹੜਾ ਮੰਨਿਆ ਜਾ ਰਿਹਾ ਕਿ ਜਿਹੜੇ ਬੱਚੇ ਕਈ ਵਾਰੀ ਜਿਮ ਵਗੈਰਾ ਸ਼ੁਰੂ ਕਰਦੇ ਆ ਤੇ ਕੋਈ ਪ੍ਰੀ ਵਰਕਆਊਟ ਪੀਂਦਾ ਆ ਜਾਂ ਕੋਈ ਪੋਸਟ ਵਰਕਆਊਟ ਪੀਂਦਾ ਆ, ਤੇ ਉਸ ਦੇ ਨਾਲ ਹੀ ਕਈ ਵਾਰੀ ਇਹ ਹੁੰਦਾ ਵੀ ਬੱਚਿਆਂ ਦਾ ਇੱਥੇ ਖਾਣਾ ਪੀਣਾ ਠੀਕ ਨਹੀਂ ਹੁੰਦਾ, ਆਪ ਬਣਾਉਂਦੇ ਆ ਜਾਂ ਚੰਗਾ ਨਹੀਂ ਹੁੰਦਾ, ਜਾਂ ਕਿਤੇ ਬਾਹਰੋਂ ਖਾਂਦੇ ਆ। ਤੇ ਪਲੱਸ ਇਹਦੇ ਵਿੱਚ ਇੱਕ ਇਹ ਵੀ ਆ ਕਿ ਬੱਚਿਆਂ ਦੇ ਸਟ੍ਰੈਸ ਵੀ ਰਹਿੰਦੀ ਆ ਪਿੱਛੋਂ, ਕਿਸੇ ਵੀ ਮਤਲਬ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋ ਸਕਦੇ ਆ ਪਿੱਛੋਂ। ਕੀ ਇਹ 2-3 ਕਾਰਨ ਇਹ ਵੀ ਮੰਨੇ ਜਾ ਸਕਦੇ ਆ? ਨਹੀਂ ਜੀ, ਦੇਖੋ ਇਹ ਜ਼ਰੂਰ ਹੈਗਾ ਵੀ ਜੇ ਕੋਈ ਇਨਸਾਨ ਐਕਸਰਸਾਈਜ਼ ਨਹੀਂ ਕਰਦਾ ਤੇ ਅਚਾਨਕ ਐਕਸਰਸਾਈਜ਼ ਕਰਨਾ ਸ਼ੁਰੂ ਕਰ ਦਿੰਦਾ ਹੈ, ਤੇ ਉਹ ਜ਼ਿਆਦਾ ਜਿਹੜੀ ਕਿ ਮੈਕਸਿਮਮ ਹਾਰਟ ਰੇਟ ਹੁੰਦੀ ਹੈ ਹਰ ਇਨਸਾਨ ਦੀ, ਉਹਦੇ ਉਮਰ ਦੇ ਅਨੁਸਾਰ ਇੱਕ ਮੈਕਸਿਮਮ ਹਾਰਟ ਰੇਟ ਹੁੰਦੀ ਹੈ। ਉਹਦਾ ਸਿੰਪਲ ਜਿਹਾ ਫਾਰਮੂਲਾ 220 ਮਾਈਨਸ ਉਹਦੀ ਉਮਰ। ਹੁਣ ਜੇ ਕਿਸੇ ਇਨਸਾਨ ਦੀ ਉਮਰ 40 ਸਾਲ ਹੈ ਤਾਂ ਤੁਸੀਂ 220 ਦੇ ਵਿੱਚੋਂ 40 ਮਾਈਨਸ ਕਰ ਦਿਓ ਤਾਂ 180 ਰਹਿ ਗਏ। 180 ਦਾ ਜਿਹੜਾ 80% ਹੈ ਨਾ, ਉਹ ਸੇਫ ਜ਼ੋਨ ਹੈ। ਹੁਣ ਉਹਦੇ ਵਿੱਚੋਂ ਤੁਸੀਂ ਲਗਭਗ 28 ਨੰਬਰ ਹੋਰ ਮਾਈਨਸ ਕਰ ਦਿਓ, 30 ਹੋਰ ਮਾਈਨਸ ਕਰ ਦਿਓ 180 ਦੇ ਵਿੱਚੋਂ, ਤਾਂ 150 ਰਹਿ ਗਏ। ਹੁਣ 40 ਸਾਲ ਦਾ ਇਨਸਾਨ ਵਾਸਤੇ ਉਹਦਾ ਸੇਫ ਹਾਰਟ ਰੇਟ ਹੈਗਾ ਐਕਸਰਸਾਈਜ਼ ਦਾ, ਉਹ 140 150 ਦੇ ਆਸ-ਪਾਸ ਹੋਣਾ ਚਾਹੀਦਾ ਹੈ। ਹੁਣ ਜੋ ਇਨਸਾਨ 180 190 ਹਾਰਟ ਰੇਟ ਨੂੰ ਲੈ ਕੇ ਜਾਂਦਾ ਹੈ ਤਾਂ ਉਹ ਆਪਣੀ ਜਾਨ ਦਾ ਰਿਸਕ ਲੈ ਰਿਹਾ ਹੈ। ਤਾਂ ਆਪਣੀ ਉਮਰ ਦੇ ਅਨੁਸਾਰ ਹਾਰਟ ਰੇਟ ਨੂੰ ਹਾਰਟ ਰੇਟ ਜ਼ੋਨ ਦੇ ਵਿੱਚ ਰੱਖ ਕੇ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਸਮਝ ਹੋਣੀ ਪਈ ਇਨਸਾਨ ਨੂੰ ਬਹੁਤ ਜ਼ਰੂਰੀ ਹੈ। ਤੇ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਇੰਟਰਨਲ ਪਹਿਲਾਂ ਦਿਲ ਦੀ ਕੋਈ, ਤੇ ਉਹਦੇ ਅਨੁਸਾਰ ਡਾਕਟਰ ਜੋ ਰਿਕਮੈਂਡ ਕਰੇ ਹਾਰਟ ਰੇਟ ਕਿੰਨਾ ਹੋਣਾ ਚਾਹੀਦਾ ਹੈ, ਉਹਦੇ ਅਨੁਸਾਰ ਲੋਕਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਜੋ ਕੋਈ ਵੀ ਇਨਸਾਨ, ਜੇ ਅਸੀਂ ਜਿਮ ਜਾ ਕੇ ਐਕਸਰਸਾਈਜ਼ ਕਰਾਂਗੇ, ਚਾਹੇ ਕੈਨੇਡਾ 'ਚ ਕਰੀਏ, ਇੰਡੀਆ 'ਚ ਕਰੀਏ, ਉਹਦਾ ਅਚਾਨਕ ਹਾਰਟ ਅਟੈਕ ਹੋਣ ਦਾ ਰਿਸਕ ਕਿਸੇ ਵੀ ਇਨਸਾਨ ਦਾ 10,000 ਦੇ ਵਿੱਚ ਇੱਕ ਦਾ ਹੁੰਦਾ। ਤੇ ਉਹ ਰਿਸਕ ਨੂੰ ਅਸੀਂ ਘਟਾ ਸਕਦੇ ਹਾਂ ਜੇ ਹਾਰਟ ਰੇਟ ਨੂੰ ਆਪਣੀ ਸੇਫ ਜ਼ੋਨ ਦੇ ਵਿੱਚ ਰੱਖ ਕੇ ਅਸੀਂ ਐਕਸਰਸਾਈਜ਼ ਕਰੀਏ। ਜਿਵੇਂ ਆਪਾਂ ਸਪੀਡ ਲਿਮਿਟ ਡਰਾਈਵ ਕਰਦੇ ਹਾਂ, ਐਵੇਂ ਸੋਚ ਲਓ ਹਾਰਟ ਦੀ ਇੱਕ ਸਪੀਡ ਲਿਮਿਟ ਹੈ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ।